ਪੰਜਾਬੀ ਲੋਕ ਰੋਜੀ ਰੋਟੀ ਦੀ ਭਾਲ ਦੇ ਲਈ ਦੁਨੀਆ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਜਾ ਵਸੇ। ਪਰ ਪਿਛਲੇ ਕੁਝ ਸਮੇਂ ਦੇ ਵਿੱਚ ਦੁਨੀਆ ਦੇ ਵਿੱਚ ਮੇਜਰ ਬਦਲਾਵ ਜਿਵੇਂ ਕੋਵਿਡ-19 ਤੇ ਰਸ਼ੀਆ ਯੂਕਰੇਨ ਵਾਰ ਤੇ ਇਸ ਤੋਂ ਬਿਨਾ ਪੰਜਾਬ ਦੇ ਵਿੱਚ ਹੋਰ ਰਾਜਾਂ ਦੇ ਲੋਕਾਂ ਦਾ ਵਾਧਾ ਪ੍ਰਭਾਵ ਦੇਖ ਕੇ ਪੰਜਾਬੀ ਲੋਕਾਂ ਨੂੰ ਆਖਰ ਦੇ ਵਿੱਚ ਸੋਚਣ ਦੇ ਲਈ ਮਜਬੂਰ ਹੋਣਾ ਪਿਆ ਕਿ ਕਿਉਂ ਨਾ ਹੁਣ ਪਿੰਡ ਦੀ ਵਾਪਸੀ ਕਰ ਲਈ ਜਾਵੇ। ਸਤਿ ਸ਼੍ਰੀ ਅਕਾਲ ਜੀ, ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਤੱਕ ਤੁਸੀਂ ਸਿਰਫ ਪੰਜਾਬ ਤੋਂ ਹੋ ਰਹੀ ਇਮੀਗ੍ਰੇਸ਼ਨ ਦੇ ਬਾਰੇ ਸੁਣਿਆ ਹੋਊਗਾ, ਬਟ ਅੱਜ ਆਪਾਂ ਗੱਲ ਕਰਾਂਗੇ ਰਿਵਰਸ ਇਮੀਗ੍ਰੇਸ਼ਨ ਬਾਰੇ। ਤੇ ਰਿਵਰਸ ਇਮੀਗ੍ਰੇਸ਼ਨ ਦਾ ਟ੍ਰੈਂਡ ਕੈਨੇਡਾ ਤੋਂ ਲੈ ਕੇ ਨਿਊਜ਼ੀਲੈਂਡ ਤੱਕ ਉੱਭਰਦਾ ਹੀ ਜਾ ਰਿਹਾ ਹੈ। ਸੋ ਅੱਗੇ ਵਧਣ ਤੋਂ ਪਹਿਲਾਂ ਤੁਸੀਂ ਆਪਣੇ ਇਸ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਰਿਵਰਸ ਇਮੀਗ੍ਰੇਸ਼ਨ ਹੁੰਦੀ ਕੀ ਹੈ। ਜਦੋਂ ਕੋਈ ਇਮੀਗ੍ਰੈਂਟ ਆਪਣੇ ਹੋਮ ਕੰਟਰੀ ਦੇ ਵਿੱਚ ਵਾਪਸ ਮੁੜ ਕੇ ਆ ਜਾਵੇ ਤਾਂ ਉਸ ਨੂੰ ਰਿਵਰਸ ਇਮੀਗ੍ਰੇਸ਼ਨ ਕਹਿੰਦੇ ਨੇ ਤੇ ਇਸ ਦੇ ਕਈ ਵੱਖ-ਵੱਖ ਕਾਰਨ ਹੋ ਸਕਦੇ ਨੇ। ਬਟ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕੈਨੇਡਾ ਤੋਂ ਹੋ ਰਹੀ ਰਿਵਰਸ ਇਮੀਗ੍ਰੇਸ਼ਨ ਦੇ ਬਾਰੇ ਗੱਲ ਕਰਾਂਗੇ। ਪਿਛਲੇ ਕਈ ਦਹਾਕਿਆਂ ਤੋਂ ਕੈਨੇਡਾ ਪੰਜਾਬੀਆਂ ਦੇ ਲਈ ਇੱਕ ਡ੍ਰੀਮ ਡੈਸਟੀਨੇਸ਼ਨ ਹੈ ਤੇ ਇਸ ਦੇ ਮੁੱਖ ਕਾਰਨ ਸੀ ਉੱਥੋਂ ਦੀ ਮਜ਼ਬੂਤ ਇਕਨੋਮੀ ਤੇ ਸਿਕਿਉਰ ਜੌਬ ਮਾਰਕੀਟ। ਪਰ ਪਿਛਲੇ ਕੁਝ ਸਾਲਾਂ ਤੋਂ ਘਰਾਂ ਦੀਆਂ ਵੱਧਦੀਆਂ ਕੀਮਤਾਂ, ਘਰੇਲੂ ਖਰਚਿਆਂ ਦਾ ਵਧਣਾ, ਮਹਿੰਗਾਈ ਦੇ ਹਿਸਾਬ ਦੇ ਨਾਲ ਇਨਕਮ ਦਾ ਨਾ ਵਧਣਾ ਤੇ ਕੰਪੀਟੀਟਿਵ ਜੌਬ ਮਾਰਕੀਟ ਦਾ ਹੋਣਾ ਲੋਕਾਂ ਦੇ ਕੁਆਲਿਟੀ ਆਫ ਲਾਈਫ ਨੂੰ ਮੁਤਾਸਿਰ ਕੀਤਾ ਹੈ। ਖਾਸ ਤੌਰ ਤੇ ਟੋਰਾਂਟੋ ਤੇ ਵੈਨਕੂਵਰ ਵਰਗੇ ਇਲਾਕਿਆਂ ਦੇ ਵਿੱਚ ਲਿਵਿੰਗ ਐਕਸਪੈਂਸਿਸ ਇੰਨੇ ਜ਼ਿਆਦਾ ਵੱਧ ਗਏ ਨੇ ਕਿ ਲੋਕ ਉੱਥੋਂ ਨਿਕਲ ਕੇ ਕਿਤੇ ਹੋਰ ਥਾਂ ਤੇ ਸੈਟਲ ਹੋਣ ਦੇ ਬਾਰੇ ਸੋਚਣ ਲੱਗ ਪਏ ਨੇ, ਜਿਵੇਂ ਕਿ ਮੈਕਸੀਕੋ ਤੇ ਯੂਨਾਈਟਿਡ ਸਟੇਟਸ। ਜੇ ਹੁਣ ਆਪਾਂ BBC ਦੀ ਇੱਕ ਰਿਪੋਰਟ ਦੀ ਗੱਲ ਕਰੀਏ ਤਾਂ G7 ਕੰਟਰੀਜ਼ ਜਿਹੜੀਆਂ ਦੁਨੀਆ ਦੀਆਂ ਐਡਵਾਂਸਡ ਇਕਨੋਮੀਜ਼ ਦਾ ਇੱਕ ਗਰੁੱਪ ਹੈ, ਉਹਨਾਂ ਦੇ ਵਿੱਚੋਂ ਕੈਨੇਡਾ ਦੀ ਹਾਊਸ ਹੋਲਡ ਡੈਟ ਮੀਨਸ ਕੈਨੇਡਾ ਦੇ ਹਰ ਇੱਕ ਘਰ ਦੇ ਉੱਤੇ ਕਰਜ਼ਾ ਉਹ ਸਾਰੀਆਂ ਇਕਨੋਮੀਜ਼ ਦੇ ਨਾਲੋਂ ਵੱਧ ਹੈ। ਇਸ ਸਮੇਂ ਕੈਨੇਡਾ ਦਾ ਜਿਹੜਾ ਕਰਜ਼ਾ ਹਾਊਸ ਹੋਲਡ ਡੈਟ ਹੈ ਉਹ 105% ਹੈ ਕੈਨੇਡਾ ਦੀ ਕੁੱਲ ਇਕਨੋਮੀ ਦਾ। ਮਤਲਬ ਜੇ ਇੱਕ ਕੈਨੇਡੀਅਨ ਘਰ ਕੁੱਲ 100 ਰੁਪਇਆ ਕਮਾਉਂਦਾ ਸਾਲ ਦਾ ਤਾਂ ਉਹਨਾਂ ਦੇ ਉੱਤੇ 105 ਰੁਪਏ ਕਰਜ਼ਾ ਹੈ। ਕੈਨੇਡਾ ਦੀ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੇ ਮੁਤਾਬਕ ਇਸ ਕਰਜ਼ੇ ਦਾ ਮੁੱਖ ਕਾਰਨ ਹੈ ਜਿਹੜਾ ਕੈਨੇਡਾ ਦੇ ਵਿੱਚ ਘਰਾਂ ਦਾ ਬੇਹੱਦ ਮਹਿੰਗਾ ਹੋਣਾ ਹੈ। ਕੈਨੇਡਾ ਦੀ ਹਾਊਸਿੰਗ ਏਜੰਸੀ ਨੇ ਵਾਰਨਿੰਗ ਦਿੱਤੀ ਹੈ ਕਿ ਇਸ ਸਮੇਂ ਇਹ ਕਰਜ਼ਾ ਇਸ ਹੱਦ ਤੱਕ ਵੱਧ ਚੁੱਕਿਆ ਜੇ ਕੈਨੇਡਾ ਦੇ ਵਿੱਚ ਕੋਈ ਰਿਸੈਸ਼ਨ ਆ ਜਾਂਦਾ ਤਾਂ ਕੈਨੇਡੀਅਨ ਲੋਕ ਉਸ ਨੂੰ ਝੱਲ ਨਹੀਂ ਸਕਣਗੇ, ਕਿਉਂਕਿ ਇੰਨੀ ਮਹਿੰਗਾਈ ਤੇ ਇੰਨਾ ਕਰਜ਼ਾ ਹੋਣ ਦੇ ਕਾਰਨ ਕੈਨੇਡੀਅਨ ਲੋਕਾਂ ਦੇ ਕੋਲੇ ਸੇਵਿੰਗ ਬਿਲਕੁਲ ਨਹੀਂ ਹੈਗੀ। ਉਹ ਆਪਣੀ ਜ਼ਿੰਦਗੀ ਪੇਚੈਕ ਟੂ ਪੇਚੈਕ ਬਤੀਤ ਕਰਦੇ ਨੇ, ਜਿਸ ਨੂੰ ਸ਼ੁੱਧ ਪੰਜਾਬੀ ਦੇ ਵਿੱਚ ਕਿਹਾ ਜਾ ਸਕਦਾ ਕਿ ਜੋ ਕਮਾ ਲਿਆ ਉਹੀ ਖਾ ਲਿਆ। ਇਹ ਹਾਲ ਕੱਲਾ ਕੈਨੇਡਾ ਦਾ ਨਹੀਂ ਹੈਗਾ, ਇਹ ਹਾਲ ਇਸ ਸਮੇਂ ਸਾਰੇ ਪੱਛਮੀ ਦੇਸ਼ਾਂ ਦਾ ਹੈ। ਇੱਕ ਰਿਪੋਰਟ ਦੇ ਮੁਤਾਬਕ ਕੈਨੇਡੀਅਨ ਘਰਾਂ ਦੇ ਉੱਤੇ ਕਰਜ਼ੇ ਦਾ ਮੇਨ ਕਾਰਨ ਮਾਰਗੇਜ ਹੈ, ਜਿਹੜੀ ਕੁੱਲ ਹਾਊਸ ਹੋਲਡ ਡੈਟ ਕੈਨੇਡੀਅਨ ਘਰਾਂ ਦੇ ਉੱਤੇ ਕੁੱਲ ਕਰਜ਼ੇ ਦਾ 75% ਬਣਦੀ ਹੈ। ਤੇ ਆਪਣੇ ਲੋਕ ਵਿਖਾਵੇ ਦੇ ਲਈ ਆਮਦਨ ਤੋਂ ਵੱਧ ਖਰਚਾ ਕਰਕੇ ਵੱਡੇ ਘਰ ਲੈ ਲੈਂਦੇ ਨੇ ਤੇ ਫਿਰ ਉਸ ਘਰ ਦੀਆਂ ਕਿਸ਼ਤਾਂ ਤਾਰਨ ਦੇ ਲਈ ਸਾਰੀ ਜ਼ਿੰਦਗੀ ਕੰਮ ਕਰਦੇ ਨੇ। ਜਿਸ ਘਰ ਨੂੰ ਅਸੀਂ ਸਕੂਨ ਦੇ ਨਾਲ ਰਹਿਣ ਦੇ ਲਈ ਖਰੀਦਦੇ ਹਾਂ, ਅਕਸਰ ਉਸ ਘਰ ਦੇ ਵਿੱਚ ਰਹਿਣਾ ਸਾਨੂੰ ਨਸੀਬ ਨਹੀਂ ਹੁੰਦਾ, ਕਿਉਂਕਿ ਉਸ ਘਰ ਦੀਆਂ ਕਿਸ਼ਤਾਂ ਤਾਰਨ ਦੇ ਲਈ ਅਸੀਂ ਸਾਰਾ ਦਿਨ ਘਰ ਤੋਂ ਹੀ ਬਾਹਰ ਰਹਿੰਦੇ ਹਾਂ। ਇਸ ਦੇ ਦੋ ਸਭ ਤੋਂ ਵੱਡੇ ਨੁਕਸਾਨ ਨੇ। ਇੱਕ ਤਾਂ ਅਸੀਂ ਕੁਦਰਤ ਦੇ ਖਿਲਾਫ ਜਾ ਕੇ ਬੇਲੋੜਾ ਕੰਮ ਕਰਕੇ ਅਸੀਂ ਆਪਣਾ ਸਰੀਰ ਖਰਾਬ ਕਰਦੇ ਹਾਂ, ਤੇ ਦੂਸਰਾ ਨੁਕਸਾਨ ਉਸ ਤੋਂ ਵੀ ਵੱਡਾ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਮਾਂ ਦੇ ਨਹੀਂ ਪਾਉਂਦੇ। ਇਹੀ ਕਾਰਨ ਹੈ ਕਿ ਕੈਨੇਡਾ ਦੇ ਵਿੱਚ ਪੰਜਾਬੀ ਬੱਚੇ ਕੈਨੇਡਾ ਦੇ ਕ੍ਰਿਮੀਨਲ ਜਸਟਿਸ ਸਿਸਟਮ ਦੇ ਵਿੱਚ ਫਸੇ ਹੋਏ ਨੇ। ਕੈਨੇਡਾ ਦੀ ਰੀਅਲ ਸਟੇਟ ਐਸੋਸੀਏਸ਼ਨ ਦੇ ਮੁਤਾਬਕ ਕੈਨੇਡਾ ਦੇ ਵਿੱਚ ਐਵਰੇਜ ਹੋਮ ਪ੍ਰਾਈਸ ਜਿਹੜਾ 2011 ਦੇ ਵਿੱਚ $3,52,000 ਸੀ, ਹੁਣ ਉਹ $7,16,000 ਦਾ ਮਾਰਕ ਵੀ ਕ੍ਰਾਸ ਕਰ ਚੁੱਕਿਆ ਹੈ। ਕੈਨੇਡਾ ਦੇ ਸਭ ਤੋਂ ਵੱਧ ਪੋਪੂਲੇਸ਼ਨ ਵਾਲੇ ਸ਼ਹਿਰ ਟੋਰਾਂਟੋ ਦੇ ਵਿੱਚ ਜਿਹੜਾ ਐਵਰੇਜ ਹੋਮ ਪ੍ਰਾਈਸ ਆ ਉਹ $1 ਮਿਲੀਅਨ ਦਾ ਮਾਰਕ ਕ੍ਰਾਸ ਕਰ ਚੁੱਕਿਆ ਹੈ। ਤੇ ਉਸ ਤੋਂ ਬਾਅਦ ਜੇ ਵੈਨਕੂਵਰ ਦੀ ਗੱਲ ਕਰੀਏ ਤਾਂ ਵੈਨਕੂਵਰ ਦੇ ਵਿੱਚ ਜਿਹੜਾ ਘਰਾਂ ਦਾ ਪ੍ਰਾਈਸ ਟੈਗ ਹੈ, ਐਵਰੇਜ ਹੋਮ ਪ੍ਰਾਈਸ ਟੈਗ ਆ, ਉਹ $1.3 ਮਿਲੀਅਨ ਨੂੰ ਟੱਚ ਕਰ ਚੁੱਕਿਆ ਹੈ। ਕੈਨੇਡਾ ਦੀ ਸਰਕਾਰ ਦੇ ਉੱਤੇ ਘਰਾਂ ਦੀਆਂ ਵੱਧਦੀਆਂ ਕੀਮਤਾਂ ਦਾ ਬੇਹੱਦ ਪ੍ਰੈਸ਼ਰ ਹੈ, ਇਸ ਕਰਕੇ ਉਹਨਾਂ ਨੇ ਫੋਰਨਰਸ ਦੇ ਉੱਤੇ 2 ਸਾਲ ਤੱਕ ਦਾ ਬੈਨ ਲਾ ਦਿੱਤਾ। ਮੀਨਸ ਹੁਣ ਫੋਰਨਰਸ ਉੱਥੇ ਘਰ ਨਹੀਂ ਖਰੀਦ ਸਕਦੇ। ਇਸ ਤੋਂ ਬਿਨਾਂ ਨਵੇਂ ਘਰ ਬਣਾਉਣ ਦੇ ਲਈ ਕਾਫੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ ਸਾਲ 2022 ਦੇ ਵਿੱਚ ਕੈਨੇਡਾ ਦੇ ਵਿੱਚ ਲਗਭਗ 1 ਮਿਲੀਅਨ ਮਾਈਗ੍ਰੈਂਟਸ ਹੋਰ ਨਵੇਂ ਆ ਗਏ ਨੇ, ਜਿਸ ਕਾਰਨ ਹੋਰ ਨਵੇਂ ਘਰਾਂ ਦੀ ਲੋੜ ਪਊਗੀ। ਸੋ ਹੁਣ ਹੋਊਗਾ ਕੀ? ਹੁਣ ਸਿੰਪਲ ਇਕਨੋਮਿਕਸ ਹੈ, ਜਦੋਂ ਸਪਲਾਈ ਦੇ ਨਾਲੋਂ ਡਿਮਾਂਡ ਵੱਧ ਜਾਏ ਤਾਂ ਘਰਾਂ ਦੀਆਂ ਕੀਮਤਾਂ ਵੱਧ ਜਾਣਗੇ, ਜਿਸ ਦਾ ਫਾਇਦਾ ਖੁਦ ਡਿਵੈਲਪਰਸ ਨੂੰ ਹੀ ਹੋਊਗਾ ਜਿਹੜੇ ਖੁਦ ਹੀ ਪੋਲੀਟੀਸ਼ੀਅਨ ਨੇ। ਇਸ ਦਾ ਫਾਇਦਾ ਜਸਟਿਨ ਟਰੂਡੋ ਨੂੰ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਹੋਊਗਾ, ਜਦੋਂ ਉਹ ਢੋਲ ਵਜਾ ਕੇ ਦੱਸਣਗੇ ਕਿ ਦੇਖੋ ਕੈਨੇਡਾ ਦੀ GDP ਕਿੰਨੀ ਜ਼ਿਆਦਾ ਵੱਧ ਗਈ। ਬਟ ਇਹ ਸਾਰੀ ਆਰਟੀਫਿਸ਼ੀਅਲ ਗਰੋਥ ਹੈ ਤੇ ਕੈਨੇਡੀਅਨ ਲੋਕ ਨੇ, ਜਿਹੜੇ ਸਮਝਦਾਰ ਕੈਨੇਡੀਅਨ ਲੋਕ ਨੇ, ਉਹ ਕੈਨੇਡਾ ਦੀ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਦੇ ਨੇ। ਇਹੀ ਕਾਰਨ ਹੈ
ਕਿ ਲਾਸਟ ਈਅਰ 57,000 ਕੈਨੇਡੀਅਨ ਕੈਨੇਡਾ ਛੱਡ ਕੇ ਹੋਰ ਦੇਸ਼ਾਂ ਦੇ ਵਿੱਚ ਜਾ ਵਸੇ। ਸੋ ਇਸ ਦਾ ਅਸਰ ਇਹ ਹੋਊਗਾ ਕਿ ਕੈਨੇਡਾ ਜਿਸ ਨੂੰ ਆਪਣੀ ਕੁਆਲਿਟੀ ਆਫ ਲਾਈਫ ਦੇ ਲਈ ਜਾਣਿਆ ਜਾਂਦਾ ਸੀ, ਉੱਥੇ ਕੁਆਲਿਟੀ ਆਫ ਲਾਈਫ ਤੇ ਸਟੈਂਡਰਡ ਆਫ ਲਿਵਿੰਗ ਥੱਲੇ ਗਿਰ ਜਾਣਗੇ। ਕੈਨੇਡਾ ਦੇ ਸਕੂਲ ਤੇ ਹਸਪੀਟਲ ਆਲਰੇਡੀ ਫੁੱਲ ਕਪੈਸਿਟੀ ਤੇ ਚੱਲ ਰਹੇ ਨੇ ਤੇ ਕੈਨੇਡਾ ਦੇ ਵਿੱਚ ਵਰਕ ਲਾਈਫ ਬੈਲੈਂਸ ਆ ਜਿਹੜਾ ਉਹ ਕੰਪਲੀਟਲੀ ਹਿੱਲ ਚੁੱਕਿਆ ਹੈ ਤੇ ਜਿਹੜਾ ਉੱਥੋਂ ਦਾ ਇਨਫਰਾਸਟ੍ਰਕਚਰ ਹੈ ਉਹ ਵੀ ਆਪਣੇ ਬ੍ਰੇਕਿੰਗ ਪੁਆਇੰਟ ਦੇ ਉੱਤੇ ਕੰਮ ਕਰ ਰਿਹਾ ਹੈ। ਤੇ ਜੇ ਹੁਣ ਤੁਸੀਂ ਇਹ ਸੋਚਦੇ ਹੋ ਕਿ ਜਦੋਂ ਤੱਕ ਕੈਨੇਡਾ ਦੇ ਆਰਥਿਕ ਹਾਲਾਤ ਠੀਕ ਨਹੀਂ ਹੁੰਦੇ ਤੇ ਇੰਟਰਸਟ ਰੇਟ ਨੇ ਜਿਹੜੇ ਉਹ ਨਾਰਮਲ ਨਹੀਂ ਹੁੰਦੇ, ਉਦੋਂ ਤੱਕ ਆਪਾਂ ਰੈਂਟ ਦੇ ਉੱਤੇ ਰਹੀ ਜਾਵਾਂਗੇ, ਤਾਂ ਤੁਸੀਂ ਬਿਲਕੁਲ ਗਲਤ ਹੋ। ਕਿਉਂਕਿ ਜੁਲਾਈ 2023 ਦੇ ਵਿੱਚ ਰੈਂਟਲ ਕੈਨੇਡਾ ਨੇ ਇੱਕ ਰਿਪੋਰਟ ਪੇਸ਼ ਕੀਤੀ ਹੈ ਤੇ ਇਸ ਰਿਪੋਰਟ ਦੇ ਮੁਤਾਬਕ ਕੈਨੇਡਾ ਦੇ ਵਿੱਚ ਰੈਂਟਸ ਨੇ ਆਪਣੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਤੇ ਇਸ ਸਮੇਂ ਐਵਰੇਜ ਪ੍ਰਾਈਸ ਹੈ ਜਿਹੜਾ ਰੈਂਟ ਦਾ ਉਹ $2078 ਹੋ ਚੁੱਕਿਆ ਹੈ। ਜੇ ਇਸ ਨੂੰ 2021 ਦੇ ਨਾਲ ਕੰਪੇਅਰ ਕਰ ਦਿੱਤਾ ਜਾਵੇ ਤਾਂ ਇਹ 21% ਵੱਧ ਚੁੱਕਿਆ। ਸੋ ਆਪਣੇ ਆਪ ਨੂੰ $354 ਪਰ ਮੰਥ ਦੇ ਵਾਧੂ ਭਾਰ ਦੇ ਲਈ ਤਿਆਰ ਕਰ ਲਵੋ। ਤੇ ਐਡਵੋਕੇਸੀ ਸੈਂਟਰ ਫॉर ਟੀਨੈਂਟਸ ontario ਦੇ ਡਾਇਰੈਕਟਰ ਡਗਲਸ ਕੁਆਨ ਦੇ ਮੁਤਾਬਕ ਜੇਕਰ ਰੈਂਟ 2024 ਦੇ ਵਿੱਚ ontario ਇਲਾਕੇ ਦੇ ਵਿੱਚ ਵੱਧ ਕੇ $3500 ਪਰ ਮੰਥ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਬਿਲਕੁਲ ਵੀ ਸਰਪ੍ਰਾਈਜ਼ ਨਹੀਂ ਹੋਊਗਾ। ਸੋ ਤੁਸੀਂ ਉਹਨਾਂ ਦਾ ਇਸ਼ਾਰਾ ਸਮਝ ਸਕਦੇ ਹੋ। ਤੇ ਉਹਨਾਂ ਦੇ ਮੁਤਾਬਕ ਕੈਨੇਡਾ ਦੀ ਰੈਂਟਲ ਮਾਰਕੀਟ ਇਸ ਸਮੇਂ ਪਰਫੈਕਟ ਸਟਾਰਮ ਦੇ ਵਿੱਚ ਹੈ ਤੇ ਇਸ ਦੇ ਦੋ ਮੇਨ ਕਾਰਨ ਹੈ। ਇੱਕ ਤਾਂ ਰਿਲੈਂਟਲੈਸ ਇਮੀਗ੍ਰੇਸ਼ਨ ਜਿਹੜੀ ਕਦੇ ਵੀ ਨਹੀਂ ਰੁਕ ਰਹੀ ਤੇ ਦੂਸਰਾ ਮੇਨ ਕਾਰਨ ਹੈ ਇੰਟਰਸਟ ਰੇਟ ਦੇ ਵਿੱਚ ਇੰਨਾ ਵਾਧਾ ਹੋ ਚੁੱਕਿਆ ਕਿ ਜਿਹੜੇ ਲੋਕ ਘਰ ਖਰੀਦਣਾ ਚਾਹੁੰਦੇ ਸੀ ਉਹ ਰੁਕ ਗਏ ਨੇ ਤੇ ਉਹ ਇਸ ਸਮੇਂ ਰੈਂਟ ਕਰ ਰਹੇ ਨੇ, ਜਿਸ ਕਰਕੇ ਇਸ ਸਮੇਂ ਸਪਲਾਈ ਤੇ ਡਿਮਾਂਡ ਦਾ ਇਸ਼ੂ ਬਣਿਆ ਹੋਇਆ ਹੈ। ਅਕਸਰ ਸਾਡੇ ਮਾਪੇ ਦੀ ਸੋਚ ਇਹ ਹੁੰਦੀ ਹੈ ਕਿ ਇੱਕ ਵਾਰ ਬੱਚਾ ਸਾਡਾ ਬਾਹਰ ਚਲਾ ਜਾਏ ਤਾਂ ਇਹ ਉੱਥੇ ਕੰਮ ਕਰਕੇ ਸਾਡਾ ਪੰਜਾਬ ਵਿਚਲਾ ਕਰਜ਼ਾ ਵੀ ਉਤਾਰ ਦਊਗਾ, ਬਟ ਅੱਜ ਕੱਲ ਇਹ ਬਾਹਰਲੇ ਦੇਸ਼ ਉਹ ਬਾਹਰਲੇ ਦੇਸ਼ ਨਹੀਂ ਰਹੇ। ਹੁਣ ਸ਼ਾਇਦ ਪੰਜਾਬ ਤੋਂ ਪੇਰੈਂਟਸ ਨੂੰ ਬੱਚਿਆਂ ਦੀ ਕੈਨੇਡਾ ਦੇ ਵਿੱਚ ਮਦਦ ਕਰਨੀ ਪੈ ਸਕਦੀ ਹੈ। ਜੇ ਕੋਈ ਮਾਪੇ ਮਦਦ ਕਰਨ ਦੇ ਸਮਰੱਥ ਨਹੀਂ ਕਿਸੇ ਵੀ ਕਾਰਨ ਕਰਕੇ, ਤਾਂ ਕਈ ਵਾਰੀ ਬੱਚੇ ਅਕਸਰ ਹੀ ਗਲਤ ਰਾਹ ਚੁਣ ਲੈਂਦੇ ਨੇ ਤੇ ਇਹੋ ਜਿਹੀਆਂ ਕਹਾਣੀਆਂ ਦੇ ਨਾਲ ਸਾਡਾ ਸੋਸ਼ਲ ਮੀਡੀਆ ਭਰਿਆ ਪਿਆ। ਜੇ ਹੁਣ ਆਪਾਂ ਕ੍ਰਾਈਮ ਦੀ ਗੱਲ ਕਰੀਏ ਤਾਂ ਜੌਬਲੈਸਨੈਸ, ਮਹਿੰਗਾਈ ਤੇ ਡਰੱਗਸ ਨੇ ਕੈਨੇਡਾ ਦੇ ਵਿੱਚ ਕ੍ਰਾਈਮ ਦੇ ਅੰਕੜਿਆਂ ਨੂੰ ਅਸਮਾਨ ਤੱਕ ਪਹੁੰਚਾ ਦਿੱਤਾ ਹੈ। ਇੱਕ ਸਮੇਂ ਸ਼ਾਂਤਮਈ ਸਮਝੇ ਜਾਣ ਵਾਲੇ ਕੈਨੇਡਾ ਦੇ ਲੋਕ ਹੁਣ ਘਰੋਂ ਬਾਹਰ ਨਿਕਲਣ ਵੇਲੇ ਆਪਣੀ ਸੁਰੱਖਿਆ ਦੀ ਚਿੰਤਾ ਕਰਦੇ ਨੇ। ਕੈਨੇਡਾ ਦੇ ਅੰਕੜਿਆਂ ਦੇ ਮੁਤਾਬਕ ਪਹਿਲਾਂ ਹਰ 4 ਮਹੀਨਿਆਂ ਬਾਅਦ ਔਨ ਐਵਰੇਜ ਇੱਕ ਪੁਲਿਸ ਵਾਲਾ ਆਪਣੀ ਜਾਨ ਗਵਾਉਂਦਾ ਸੀ, ਬਟ ਹੁਣ ਪਿਛਲੇ 6 ਮਹੀਨਿਆਂ ਦੇ ਵਿੱਚ 8 ਪੁਲਿਸ ਵਾਲੇ ਜਾਨ ਗਵਾ ਚੁੱਕੇ ਨੇ, ਜਿਨ੍ਹਾਂ ਦੇ ਵਿੱਚ 2 ਸਿਰਫ ਟਿਮ ਹਾਰਟਨ ਦੇ ਵਿੱਚ ਕਾਫੀ ਲੈਣ ਗਏ ਸੀ ਤੇ ਕਿਸੇ ਨੇ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ। ਤੇ ਇਸ ਤੋਂ ਬਿਨਾਂ 17 ਸਾਲ ਦੇ ਉਸ ਮੁੰਡੇ ਦਾ ਕੇਸ ਤਾਂ ਸਭ ਨੂੰ ਯਾਦ ਹੋਊਗਾ ਜਿਸ ਦੀ ਹੱਤਿਆ ਸਰੀ ਦੇ ਇੱਕ ਸਕੂਲ ਦੇ ਵਿੱਚ ਚਾਕੂ ਮਾਰ-ਮਾਰ ਕੇ ਕਰ ਦਿੱਤੀ ਸੀ। ਤੇ ਬਿਲਕੁਲ ਫਰੈਸ਼ ਕੇਸ ਆ ਜਿਹੜਾ ਪਿੱਛੇ ਗੁਰਵਿੰਦਰ ਨਾਥ ਦਾ ਗੁਜ਼ਰਿਆ, ਜਿਹੜਾ ਇੱਕ ਉਬਰ ਡਿਲੀਵਰੀ ਡਰਾਈਵਰ ਸੀ ਤੇ ਉਸ ਦੀ ਗਲਤੀ ਕੋਈ ਨਹੀਂ ਸੀ, ਉਹ ਇੱਕ ਓਪਰਚੁਨਿਸਟਿਕ ਕ੍ਰਾਈਮ ਦਾ ਸ਼ਿਕਾਰ ਹੋ ਗਿਆ। ਤੇ ਉਸ ਤੋਂ ਬਾਅਦ ਜਿਹੜੀ ਸੈਡ ਸਟੋਰੀ ਇਹ ਸੀ ਕਿ ਉਹਨਾਂ ਦੀ ਮਾਤਾ ਜੀ ਨੇ ਵੀ ਇੰਡੀਆ ਦੇ ਵਿੱਚ ਸੁਸਾਈਡ ਕਰ ਲਿਆ ਸੀ। ਤੇ ਇਹ ਉਹ ਕੇਸ ਨੇ ਜਿਨ੍ਹਾਂ ਦੇ ਵਿੱਚ ਵਿਕਟਮਸ ਨੇ ਆਪਣੀਆਂ ਜਾਨਾਂ ਗਵਾ ਲਈਆਂ। ਉਹ ਕੇਸ ਕਦੇ ਵੀ ਮੀਡੀਆ ਦੀ ਹੈਡਲਾਈਨਸ ਨਹੀਂ ਬਣ ਜਾਂਦੇ ਜਿਨ੍ਹਾਂ ਦੇ ਵਿੱਚ ਵਿਕਟਮਸ ਨੂੰ ਲਾਈਫ ਚੇਂਜਿੰਗ ਇੰਜਰੀਜ਼ ਹੋ ਜਾਂਦੀਆਂ ਨੇ। ਕੋਵਿਡ-19 ਤੋਂ ਬਾਅਦ ਵੈਨਕੂਵਰ ਪੁਲਿਸ ਨੇ ਰੈਂਡਮ ਅਟੈਕਸ ਦੇ ਵਿੱਚ ਇੱਕ ਅਪ ਟ੍ਰੈਂਡ ਦੇਖਿਆ ਤੇ ਉਹਨਾਂ ਦੇ ਨੋਟਿਸ ਦੇ ਵਿੱਚ 1705 ਕੇਸ ਅਜਿਹੇ ਆਏ ਨੇ ਜਿੱਥੇ ਲੋਕ ਬਿਨਾਂ ਕਿਸੇ ਕਾਰਨ ਰੈਂਡਮ ਅਟੈਕਸ ਦਾ ਸ਼ਿਕਾਰ ਹੋ ਗਏ। ਤੇ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ 3 ਅਪ੍ਰੈਲ 2023 ਨੂੰ ਕੈਨੇਡਾ ਦੀ ਪੁਲਿਸ ਚੀਫਸ ਨੇ ਕੈਨੇਡਾ ਦੀਆਂ ਵੱਖ-ਵੱਖ ਪ੍ਰੋਵਿੰਸਸ ਦੇ ਜਿਹੜੇ ਮੁਖੀ ਨੇ ਉਹਨਾਂ ਦੇ ਨਾਲ ਇੱਕ ਮੀਟਿੰਗ ਦੀ ਮੰਗ ਕੀਤੀ ਹੈ ਤਾਂ ਜੋ ਇਹ ਵੱਧਦੀ ਵਾਇਲੈਂਸ ਨੂੰ ਡਿਸਕਸ ਕੀਤਾ ਜਾ ਸਕੇ। ਜੇ ਹੁਣ ਆਪਾਂ ਡਰੱਗਸ ਦੀ ਗੱਲ ਕਰੀਏ ਤਾਂ ਨਸ਼ਾ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਹੈਗਾ, ਸਾਰੀ ਦੁਨੀਆ ਇਸ ਨਸ਼ੇ ਦੀ ਚਪੇਟ ਦੇ ਵਿੱਚ ਹੈ। ਜੇ ਆਪਾਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ ਤਾਂ ਸਾਲ 2016 ਦੇ ਵਿੱਚ 10,000 ਤੋਂ ਵੱਧ ਮੌਤਾਂ ਨੇ ਜਿਹੜੀਆਂ ਨਸ਼ੇ ਦੀ ਓਵਰਡੋਜ਼ ਦੇ ਨਾਲ ਹੋਈਆਂ, ਜਿਸ ਕਰਕੇ ਬ੍ਰਿਟਿਸ਼ ਕੋਲੰਬੀਆ ਨੂੰ ਇੱਕ ਅਜਿਹਾ ਕਾਨੂੰਨ ਲਿਆਉਣਾ ਪਿਆ ਜਿਸ ਕਰਕੇ ਡਰੱਗ ਐਡਿਕਟਸ ਨੂੰ 2.5 ਗ੍ਰਾਮ ਤੋਂ ਵੱਧ ਨਸ਼ਾ ਜਿਹੜਾ ਉਹ ਕਾਨੂੰਨੀ ਤਰੀਕੇ ਨਾਲ ਦਿੱਤਾ ਜਾ ਸਕੇ ਤਾਂ ਜੋ ਉਹਨਾਂ ਨੂੰ ਇਸ ਦੀ ਸੇਫ ਵਰਤੋਂ ਬਾਰੇ ਸਿਖਾਇਆ ਜਾ ਸਕੇ। ਪਰ ਇਸ ਗੱਲ ਨੇ ਕੈਨੇਡਾ ਦੇ ਵਿੱਚ ਕਈ ਲੋਕਾਂ ਨੂੰ ਚਿੰਤਤ ਕੀਤਾ ਕਿਉਂਕਿ ਕੈਨੇਡਾ ਦੇ ਕਈ ਸਕੂਲਾਂ ਦੇ ਵਿੱਚ ਨਸ਼ੇ ਦੀ ਸੇਫ ਵਰਤੋਂ ਦੇ ਲਈ ਕਲਾਸਿਸ ਦਿੱਤੀਆਂ ਜਾ ਰਹੀਆਂ ਨੇ। ਵੈਨਕੂਵਰ ਨੇ ਤਾਂ ਡਰੱਗਸ ਇੰਜੈਕਟ ਕਰਨ ਦੇ ਲਈ ਡਰੱਗ ਇੰਜੈਕਸ਼ਨ ਸਾਈਟਸ ਬਣਾ ਦਿੱਤੀਆਂ ਨੇ ਤੇ ਹੁਣ ਜਿਹੜੀ ਹੈਰੋਇਨ ਵਰਗੀ ਕਲਾਸ ਇਹ ਡਰੱਗ ਹੈ ਉਹ ਪ੍ਰੈਸਕ੍ਰਿਪਸ਼ਨ ਦੇ ਉੱਤੇ ਮੈਡੀਕਲ ਸਟੋਰਸ ਤੋਂ ਮਿਲ ਜਾਂਦੀ ਹੈ। ਇਹ ਪ੍ਰੋਗਰਾਮ 31 ਜਨਵਰੀ 2023 ਤੋਂ ਲੈ ਕੇ 31 ਜਨਵਰੀ 2026 ਤੱਕ ਫੈਡਰਲ ਸਰਕਾਰ ਵੱਲੋਂ ਚਲਾਇਆ ਗਿਆ। ਬਟ ਸੋਚਣ ਦੀ ਗੱਲ ਇਹ ਹੈ ਕਿ ਜਦੋਂ ਇੰਨੇ ਜ਼ਿਆਦਾ ਲੋਕ ਨਸ਼ੇ ਦੇ ਉੱਤੇ ਡਿਪੈਂਡੈਂਟ ਹੋ ਗਏ ਕਿ ਉਹਨਾਂ ਨੂੰ ਇਸ ਤੋਂ ਹਟਾਉਣਾ ਸੌਖਾ ਹੋਊਗਾ। ਮੈਨੂੰ ਇਦਾਂ ਲੱਗਦਾ ਹੈ ਕਿ ਇਹ ਪ੍ਰੋਗਰਾਮ ਹੁਣ ਪਰਮਾਨੈਂਟ ਹੈ। ਤੇ ਇਸ ਤੋਂ ਇਲਾਵਾ ਕੈਨੇਡਾ ਦੇ ਕਈ ਸਕੂਲਾਂ ਦੇ ਵਿੱਚ LGBT ਕਮਿਊਨਿਟੀ ਦੇ ਬਾਰੇ ਬੱਚਿਆਂ ਨੂੰ ਇਸ ਤਰੀਕੇ ਨਾਲ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਫਿਊਚਰ ਦੇ ਵਿੱਚ ਕੋਈ ਵੀ ਕੁੜੀ ਮੁੰਡਾ ਬਣ ਸਕਦੀ ਹੈ ਤੇ ਕੋਈ ਵੀ ਮੁੰਡਾ ਕੁੜੀ ਬਣ ਸਕਦੀ ਹੈ।
ਤੇ ਸਕੂਲਾਂ ਵੱਲੋਂ ਇਸ ਦੇ ਲਈ ਸਪੈਸ਼ਲ ਕਲਾਸਿਸ ਅਰੇਂਜ ਕੀਤੇ ਜਾਂਦੇ ਨੇ, ਜਿੱਥੇ ਇੱਕ ਟਿਊਟਰ ਆਉਂਦਾ ਤੇ ਉਹ ਬੱਚਿਆਂ ਨੂੰ ਦੱਸਦਾ ਤੇ ਬੱਚੇ ਇਹ ਗੱਲਾਂ ਘਰੇ ਸ਼ੇਅਰ ਵੀ ਨਹੀਂ ਕਰਦੇ। ਇਸ ਗੱਲ ਕਰਕੇ ਸਿਰਫ ਆਪਣਾ ਪੰਜਾਬੀ ਭਾਈਚਾਰਾ ਨਹੀਂ, ਉੱਥੋਂ ਦੇ ਗੋਰੇ ਲੋਕ ਵੀ ਕਾਫੀ ਨਾਰਾਜ਼ ਨੇ। ਬਟ ਉਹ ਕਰ ਵੀ ਕੀ ਸਕਦੇ ਨੇ, ਇਸ ਕੈਰੀਕੁਲਮ ਨੂੰ ਮਿਨਿਸਟਰੀ ਆਫ ਐਜੂਕੇਸ਼ਨ ਵੱਲੋਂ ਲਾਗੂ ਕੀਤਾ ਗਿਆ। ਤੇ ਹੁਣ ਆਪਾਂ ਵੀਡੀਓ ਦੇ ਅੰਤ ਵੱਲ ਵਧਦੇ ਹੋਏ ਸਾਨੂੰ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਪੱਛਮੀ ਦੇਸ਼ਾਂ ਦਾ ਜਿਹੜਾ ਕਾਨੂੰਨ ਹੈ, ਸਮਾਜਿਕ ਢਾਂਚਾ ਹੈ, ਵਿਦਿਅਕ ਢਾਂਚਾ ਤੇ ਆਰਥਿਕ ਢਾਂਚਾ ਹੈ, ਉਹ ਪੱਛਮੀ ਦੇਸ਼ਾਂ ਦੇ ਲੋਕਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਬਣਾਇਆ ਸੀ। ਅਸੀਂ ਇੱਥੇ ਸਿਰਫ ਕਾਮੇ ਦੀ ਹੈਸੀਅਤ ਦੇ ਨਾਲ ਗਏ ਸੀ, ਜਿਵੇਂ ਪੰਜਾਬ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਆ ਕੇ ਲੋਕ ਕੰਮ ਕਰਨ ਲੱਗ ਜਾਂਦੇ ਨੇ। ਤੇ ਅੱਜ ਦੇ ਜ਼ਮਾਨੇ ਦੇ ਵਿੱਚ ਸਾਰੇ ਲੋਕ ਇੰਨੇ ਕੁ ਜ਼ਿਆਦਾ ਸਮਝਦਾਰ ਨੇ, ਉਹ ਆਪਣੀ ਜ਼ਿੰਦਗੀ ਦੇ ਪ੍ਰਤੀ ਖੁਦ ਸੋਚ ਸਕਦੇ ਨੇ। ਤੁਸੀਂ ਇਸ ਵੀਡੀਓ ਤੋਂ ਬਾਅਦ ਇਹਨਾਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਆਪਣੀ ਇੱਕ ਸੋਚ ਬਣਾਓ ਤੇ ਅਗਲੀ ਵੀਡੀਓ ਦੇ ਵਿੱਚ ਫੇਰ ਮਿਲਾਂਗੇ। ਉਦੋਂ ਤੱਕ ਰੱਬ ਰਾਖਾ।